शिवन जी अज प्रैस कॉन्फ्रेंस किस वजह ਨਾਲ कर रहे हो की गल सी? ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਹੀ ਭਰਾਵਾਂ ਦਾ ਇੱਥੇ ਸਵਾਗਤ ਕਰਦਾ। ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਮੇਰੇ ਖਿਆਲ ਤੁਸੀਂ ਵੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਵੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਕੋਈ ਐਸੀ ਮੰਦਭਾਗੀ ਘਟਨਾ ਜਿਹੜੀ ਉਹ ਗੱਲ ਹੋਈ ਹੈ। ਮਾਨਯੋਗ ਸਾਡੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ, ਕਿਉਂਕਿ ਕੱਲ੍ਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇੱਕ ਬਹੁਤ ਵੱਡੀ ਰੈਲੀ ਫਿਰੋਜ਼ਪੁਰ ਵਿੱਚ ਹੋਣੀ ਸੀ, ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣੀ ਸੀ। ਲੇਕਿਨ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਜਿੱਥੇ ਸਾਡੇ ਵਰਕਰਾਂ ਦਾ ਹਜੂਮ ਉਸ ਰੈਲੀ ਵੱਲ ਲਗਾਤਾਰ ਸਵੇਰ ਤੋਂ ਲੈ ਕੇ ਵਧ ਰਿਹਾ ਸੀ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਦੇ ਰਾਹੀਂ ਸਾਡੇ ਜਿਹੜੇ ਵਰਕਰ ਸਾਹਿਬਾਨ ਸੀ ਉੱਥੇ ਤੱਕ ਪਹੁੰਚ ਰਹੇ ਸੀ। ਲੇਕਿਨ ਜੋ ਉੱਥੇ ਦੇਖਣ ਨੂੰ ਮਿਲਿਆ, ਕਿਉਂਕਿ ਮੈਂ ਰੈਲੀ ਦੇ ਵਿੱਚ 3 ਦਿਨ ਪਹਿਲਾਂ ਹੀ ਸਟੇਟ ਪ੍ਰਧਾਨ ਸਾਡੇ ਸ਼੍ਰੀਮਾਨ ਅਸ਼ਵਨੀ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉੱਥੇ ਪਹੁੰਚ ਗਿਆ ਸੀ ਅਤੇ ਅਸੀਂ ਸਾਰੇ ਉਸ ਅਰੇਂਜਮੈਂਟ ਦੇ ਵਿੱਚ ਲੱਗੇ ਹੋਏ ਸੀ। ਇਹ ਦੇਖਣ ਨੂੰ ਮਿਲਿਆ ਵੀ ਜਿਹੜੀ ਪੁਲਿਸ ਪ੍ਰਸ਼ਾਸਨ, ਜਿਹੜਾ ਲੋਕਲ ਸਾਡਾ ਪ੍ਰਸ਼ਾਸਨ ਹੈ ਸਟੇਟ ਦਾ, ਉਹ ਇੱਕ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖਦਾ ਰਿਹਾ। ਫਿਰੋਜ਼ਪੁਰ ਦੇ ਆਲੇ ਦੁਆਲੇ ਵੀ ਅਲੱਗ-ਅਲੱਗ ਰੂਟਾਂ ਦੇ ਉੱਤੇ ਵੀ ਜਿਹੜੀ ਪੁਲਿਸ ਉੱਤੇ ਖੜੀ ਸੀ ਸਾਡੀ ਹਿਫਾਜ਼ਤ ਦੇ ਲਈ, ਜਾਂ ਉਸ ਨੂੰ ਜਿਹੜੀ ਟ੍ਰੈਫਿਕ ਸੀ ਉਹਨੂੰ ਸਹੀ ਦਿਸ਼ਾ ਦੇਣ ਵਾਸਤੇ ਖੜਾਈ ਹੋਈ ਸੀ। ਜਿਵੇਂ ਕਿ ਇਹਨਾਂ ਦੀ ਕੋਈ ਟੈਂਟੇਟਿਵ ਫਿਗਰ ਹੈ ਵੀ 10,000 ਬੰਦਾ ਅਜੇ ਦੱਸਦੇ ਨਹੀਂ ਵੀ ਅਸੀਂ ਲਾਇਆ ਸੀ, ਲੇਕਿਨ ਅਸੀਂ ਇਹ ਦੇਖਿਆ ਵੀ ਜੇ ਕੋਈ 50 ਜਾਂ 40 ਬੰਦੇ ਕੋਈ ਸੋ ਕਾਲਡ ਕਿਸਾਨ ਲੀਡਰ ਕਹਿ ਲਈਏ ਉਹਨਾਂ ਨੂੰ, ਜਾਂ ਕੋਈ ਸ਼ਰਾਰਤੀ ਅਨਸਰ ਕਹਾਂਗੇ, ਵੀ ਉਹ ਕਿਤੇ ਵੀ ਜਗ੍ਹਾ ਦੇ ਉੱਤੇ ਆ ਕੇ ਖੜ੍ਹ ਜਾਂਦੇ ਸੀ, ਜਾਮ ਲਾ ਲੈਂਦੇ ਸੀ ਆ ਕੇ, ਅਤੇ ਪੁਲਿਸ ਉਹਨਾਂ ਨੂੰ ਕੁਛ ਨਹੀਂ ਕਹਿਣਾ ਸੀ ਉਹਨਾਂ ਨੇ, ਬਲਕਿ ਸਾਡੀਆਂ ਜਿਹੜੀਆਂ ਬੱਸਾਂ ਸੀ ਉਹਨਾਂ ਨੂੰ ਡਾਈਵਰਟ ਕਰਨਾ ਸ਼ੁਰੂ ਕਰ ਦਿੰਦੇ ਸੀ। ਅਸੀਂ ਸਵੇਰ ਤੋਂ ਇਸ ਚੀਜ਼ ਨੂੰ ਦੇਖ ਰਹੇ ਸੀ। DGP ਸਾਹਿਬ ਵੀ ਸਾਡੇ ਨਾਲ ਉੱਥੇ ਸਟੇਜ ਦੇ ਉੱਤੇ ਸੀਗੇ। ਜਦੋਂ ਕਿਸੇ ਜ਼ਿਲ੍ਹਾ ਪ੍ਰਧਾਨ ਦਾ ਫੋਨ ਆਉਂਦਾ ਵੀ ਪ੍ਰਧਾਨ ਜੀ ਇੱਥੇ ਸਾਡਾ, ਮੈਂ ਲਾਈਵ ਕਰਕੇ ਵੀ DGP ਸਾਹਿਬ ਨੂੰ ਦਿਖਾਇਆ। ਸਾਡੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਿਹਾ, ਸਾਡੇ ਜਿਹੜੇ ਇਲੈਕਸ਼ਨ ਇੰਚਾਰਜ ਨੇ ਸ਼੍ਰੀਮਾਨ ਸ਼ੇਖਾਵਤ ਜੀ, ਉਹਨਾਂ ਨੇ ਵੀ ਵਾਰ-ਵਾਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਕੋਈ ਅਰੇਂਜਮੈਂਟ ਸਹੀ ਤਰੀਕੇ ਨਾਲ ਕਰੋ। ਪ੍ਰਧਾਨ ਮੰਤਰੀ ਦਾ ਜਿਹੜਾ ਰੂਟ ਸੀ ਉਹ ਤੈਅ ਸੀ ਵੀ ਬਾਈ ਏਅਰ ਉਹਨਾਂ ਨੇ ਉੱਥੇ ਆਉਣਾ ਸੀ, ਬਟ ਮੌਸਮ ਦੀ ਖਰਾਬੀ ਹੋਣ ਕਰਕੇ ਬਠਿੰਡੇ ਤੋਂ ਜਿਹੜਾ ਰੂਟ ਹੈ ਉਹਨਾਂ ਦਾ ਬਾਈ ਰੋਡ ਹੋ ਗਿਆ ਸੀ। ਔਰ ਇਹ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੀ ਗੱਲ ਇਹ ਪਹਿਲਾਂ ਇਹਨਾਂ ਨੂੰ ਸਾਰੀ ਸਟੇਟ ਗੌਰਮੈਂਟ ਨੂੰ ਕਲੀਅਰ ਹੋ ਗਈ ਸੀ। ਲੇਕਿਨ ਅਸੀਂ ਹੈਰਾਨ ਆ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਥੇ ਆ ਰਿਹਾ ਹੋਵੇ ਔਰ ਸਾਡਾ ਮੁੱਖ ਮੰਤਰੀ ਜਿਹੜਾ ਕਿ ਉਸ ਸਮੇਂ ਫੋਨ ਵੀ ਨਾ ਚੱਕਿਆ, ਔਰ ਉਹਨਾਂ ਦਾ ਕਾਫਲਾ 25 ਤੋਂ 30 ਮਿੰਟ ਜਿਹੜਾ ਇੱਕ ਟੈਂਟੇਟਿਵ ਫਿਗਰ ਆਈ ਹੈ ਵੀ ਉੱਥੇ ਇੱਕ ਇਹੋ ਜਿਹੇ ਪੁਲ ਦੇ ਉੱਤੇ, ਹਾਲਾਂਕਿ ਆਪਾਂ ਸੜਕ ਦੇ ਉੱਤੇ ਕਾਫਲਾ ਹੋਵੇ ਉੱਥੇ ਥੋੜ੍ਹੀ ਜਿਹੀ ਘੱਟ ਹੁੰਦੀ ਆ, ਉਹ ਪੁਲ ਦੇ ਉੱਪਰ ਆਪਾਂ ਖੜ੍ਹਾ ਜਦੋਂ ਬੰਦਾ ਹੋਰ ਵੀ ਜ਼ਿਆਦਾ ਉਹ ਇੱਕ ਤਰ੍ਹਾਂ ਦਾ ਕਹੀਏ ਵੀ ਰਿਸਕ ਵਾਲੀ ਗੱਲ ਹੋ ਜਾਂਦੀ ਹੈ, ਉੱਥੇ ਖੜ੍ਹਾ ਰਿਹਾ। ਔਰ SSP ਫਿਰੋਜ਼ਪੁਰ ਆ ਪਿੱਛੇ ਜੇ ਹੁਣ ਇੱਕ TV ਦੇ ਉੱਤੇ ਸ਼ਾਮ ਨੂੰ ਬਿਆਨ ਵੀ ਆਇਆ, ਉੱਥੇ ਦੇ ਕੋਈ ਕਿਸਾਨ ਲੀਡਰ ਨੇ ਸੁਰਜੀਤ ਫੁੱਲ, ਉਹਨੇ ਆਪ ਦੱਸਿਆ, ਇਹ ਵੀਡੀਓ ਆਈ ਹੈ ਉਹਨਾਂ ਦੀ ਵਾਇਰਲ ਹੋ ਕੇ ਵੀ ਸਾਨੂੰ SSP ਫਿਰੋਜ਼ਪੁਰ ਸਾਹਿਬ ਫਿਰੋਜ਼ਪੁਰ ਨੇ ਦੱਸਿਆ ਵੀ ਜਿਹੜਾ ਇਹ ਰੂਟ ਹੈ ਪ੍ਰਧਾਨ ਮੰਤਰੀ ਜੀ ਦਾ ਵੀ ਇਸ ਪਾਸੇ ਆ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਇਹਨਾਂ ਦੀ ਕੌਨਸਪੀਰੈਂਸੀ ਸੀ ਕਾਂਗਰਸ ਦੀ ਗੌਰਮੈਂਟ ਦੀ, ਔਰ ਇਹਨਾਂ ਨੇ ਮਤਲਬ ਕਿਸ ਹੱਦ ਤੱਕ ਕਿਸ ਗੰਦੀ ਰਾਜਨੀਤੀ ਦੇ ਉਤਰੀ ਹੈ ਕਾਂਗਰਸ। ਇਹਨਾਂ ਦੇ ਮਨਸੂਬੇ ਭਵਿੱਖ, ਸਾਡੇ ਪੰਜਾਬ ਦਾ ਭਵਿੱਖ ਇਹ ਕਿਸ ਪਾਸੇ ਅਸੀਂ ਲੈ ਕੇ ਜਾ ਰਹੇ ਹਾਂ, ਇਹ ਸਿਰਫ ਔਰ ਸਿਰਫ ਘਟੀਆ ਰਾਜਨੀਤੀ ਦੇ ਉੱਤੇ ਉਤਰੇ ਹੋਏ ਨੇ। ਔਰ ਇਸ ਕਰਕੇ ਹੀ ਇਹਨਾਂ ਨੇ ਜਿਹੜਾ ਕੱਲ੍ਹ ਸਾਰਾ ਵਰਤਾਰਾ ਹੋਇਆ ਹੈ, ਪੰਜਾਬ ਦੇ ਲਈ ਬਹੁਤ ਵੱਡੀ ਸੁਗਾਤ ਉਹਨਾਂ ਨੇ ਦੇਣੀ ਸੀ। ਪੰਜਾਬ ਦੀ ਰੂਪ ਰੇਖਾ ਨੂੰ ਜਿਹੜੀ ਸੀ ਕਿਸੇ ਪਾਸੇ ਹੋਰ ਜਾਣੀ ਸੀ, ਕਿਉਂਕਿ ਪ੍ਰਧਾਨ ਮੰਤਰੀ ਜੀ ਇੱਕ ਪੈਕੇਜ ਵੀ ਸੀ, ਜਾਂ ਜਿਹੜੀਆਂ ਗੱਲਾਂ ਆ ਰਹੀਆਂ ਸੀ ਬਹੁਤ ਕੁਝ ਪੰਜਾਬ ਨੂੰ ਮਿਲਣਾ ਸੀ। ਮੈਂ ਕਹਿ ਰਿਹਾ ਵੀ ਕਾਂਗਰਸ ਸਰਕਾਰ ਦੀ ਇਸ ਨਾਲੋਂ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਥੋੜ੍ਹੀ ਹੈ। ਮੁੱਖ ਮੰਤਰੀ ਇਹਨਾਂ ਦੇ ਵਿੱਚ ਰਲਿਆ ਹੋਇਆ ਸੀ ਚੰਨੀ ਜੀ, ਔਰ ਇਹਨਾਂ ਦਾ ਸਾਰਾ ਪੁਲਿਸ ਪ੍ਰਸ਼ਾਸਨ ਇਸ ਕੰਮ 'ਤੇ ਲੱਗਿਆ ਰਿਹਾ ਵੀ ਉਹ ਉੱਥੇ ਤੱਕ ਨਾ ਪਹੁੰਚਣ, ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਮਾਹੌਲ ਖਰਾਬ ਕਰਕੇ ਮਤਲਬ ਇੱਕ ਬਹੁਤ ਵੱਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਕੀਤੀ ਹੈ। ਮੇਰਾ ਖਿਆਲ ਹੈ ਵੀ ਪ੍ਰਦੇਸ਼ ਦੇ ਲੋਕ ਇਹਨਾਂ ਨੂੰ ਮਾਫ ਨਹੀਂ ਕਰਦੇ। ਪ੍ਰਧਾਨ ਮੰਤਰੀ ਜੀ ਦੀ ਗੱਡੀ ਰੋਕੀ ਗਈ ਹੈ ਜੀ, ਕਿ ਉਹਨਾਂ ਦੇ ਕਹੇ ਤੋਂ ਰੋਕੀ ਗਈ ਜਾਂ SPG ਕਮਾਂਡੋ ਦੇ ਕਹੇ ਤੋਂ ਰੋਕੀ ਗਈ ਸੀ? ਉੱਥੇ ਪ੍ਰਧਾਨ ਮੰਤਰੀ ਦੀ ਗੱਡੀ ਜਿਹੜੀ ਰੋਕੀ ਗਈ ਸੀ ਉੱਥੇ 18 19 20 ਮਿੰਟ ਰੋਕੀ ਗਈ ਹੈ ਮੂਵਮੈਂਟ ਲਈ, ਉਸ ਟਾਈਮ ਕਿਹਨੇ ਰਕਵਾਈ ਸੀਗੀ ਜੀ ਗੱਡੀ? ਵੈਸੇ ਪਤਾ ਹੋਊਗਾ ਕ੍ਰਿਸ਼ਨ ਜੀ, ਜਦੋਂ ਪ੍ਰੋਟੋਕੋਲ ਲੱਗਦਾ ਹੈ PM ਸਾਹਿਬ ਦਾ ਜਾਂ ਕੋਈ ਵੀ VVIP ਪਰਸਨ ਹੈ ਤਾਂ ਉਹ ਸਾਰਾ ਪ੍ਰੋਟੋਕੋਲ ਪ੍ਰਸ਼ਾਸਨ ਕੋਲੇ ਚਲਾ ਜਾਂਦਾ ਹੈ। ਲੇਕਿਨ ਚਾਹੇ ਰਾਸ਼ਟਰਪਤੀ ਜੀ ਹੋਣ ਚਾਹੇ ਪ੍ਰਧਾਨ ਮੰਤਰੀ ਜੀ ਹੋਣ, ਉਹਨਾਂ ਦੀ ਗੱਡੀ 1 ਮਿੰਟ ਲਈ ਵੀ ਕਿਸੇ ਜਗ੍ਹਾ ਤੇ ਰੁਕ ਨਹੀਂ ਸਕਦੀ। ਈਵਨ ਕਿ ਜੇ ਡੰਗਰ ਵੀ ਆ ਜਾਣ ਨਾ, ਡੰਗਰ ਵੀ ਅਲਾਉਡ ਨਹੀਂ ਹੁੰਦੇ ਵੀ ਉਹ ਸੜਕ ਦੇ ਉੱਪਰੋਂ ਕ੍ਰਾਸ ਕਰਨ ਜਾਂ ਉਹਦੀ ਵੀ ਧਿਆਨ ਰੱਖਣਾ ਹੁੰਦਾ ਪ੍ਰਸ਼ਾਸਨ ਨੇ। ਤੇ ਇਹ ਤਾਂ 25-30 ਮਿੰਟ ਦੀ ਗੱਲ ਕਰ ਰਹੇ ਹਾਂ ਆਪਾਂ। ਸਰਕਾਰ ਨੂੰ SSP ਨੂੰ ਸਸਪੈਂਡ ਕਰਨ ਨੂੰ ਸਾਹਮਣੇ ਆਈ ਹੈ, ਕਿਸਾਨ ਨੇ ਜਿਹੜੇ ਲਗਾਤਾਰ ਕਾਲ ਦੇ ਰਹੇ ਸੀ ਕਿ ਅਸੀਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ, ਕਿਉਂਕਿ 750 ਕਿਸਾਨਾਂ ਦੀਆਂ ਜਿਹੜੀਆਂ ਉੱਥੋਂ ਡੈੱਡ ਬੋਡੀਆਂ ਆਈਆਂ ਨੇ, ਕਿਉਂਕਿ ਝੰਡਿਆਂ ਦੇ ਵਿੱਚ ਲਿਪਟ ਕੇ। ਪਰ ਇਹ ਰੈਲੀ ਕਿਉਂ ਰੱਖੀ ਗਈ ਫਿਰੋਜ਼ਪੁਰ, ਮਤਲਬ ਕਿ ਉੱਥੇ ਜਾ ਕੇ ਬਿਲਕੁਲ ਸੀਮਾ ਦੇ ਕੋਲੇ ਜਾ ਕੇ? ਦੇਖੋ ਜੀ, ਇਹ ਇੱਕ ਡੈਮੋਕ੍ਰੇਸੀ ਦੇ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਭਾਰਤੀ ਜਨਤਾ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ।
ਅਸੀਂ ਨੇ ਇਲੈਕਸ਼ਨ ਵੀ ਮੂਹਰੇ ਲੜਨੀ ਹੈ, ਪੂਰੇ ਸੂਬੇ ਦੇ ਵਿੱਚ ਵੀ ਲੜਨੀ ਹੈ, ਪਹਿਲਾਂ ਦੇਸ਼ ਦੇ ਵਿੱਚ ਵੀ ਲੜਦੇ ਹਾਂ। ਅਸੀਂ ਆਪਣੀ ਰੈਲੀ ਜਾਂ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਕਿਸੇ ਜਗ੍ਹਾ ਤੇ ਰੱਖਦੇ ਹਾਂ, ਉਹ ਅਸੀਂ ਆਪਣੀ ਪਾਰਟੀ ਦੀ ਯੋਜਨਾ ਮੁਤਾਬਕ ਹੀ ਰੱਖਦੇ ਹਾਂ। ਲੇਕਿਨ ਜਿਹੜਾ ਕਿਸੇ ਨੇ ਪ੍ਰੋਟੈਸਟ ਕਰਨਾ ਹੈ, ਤੁਹਾਨੂੰ ਪਤਾ ਹੈ ਵੀ ਮੇਰਾ ਖਿਆਲ ਹੈ ਵੀ ਇਸ ਤੋਂ ਚੰਗਾ ਪ੍ਰਧਾਨ ਮੰਤਰੀ ਦੇਸ਼ ਨੂੰ ਕਿੱਥੋਂ ਮਿਲੂਗਾ। ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਗੀਆਂ, ਔਰ ਜਿਵੇਂ ਵੀ ਉਹਨਾਂ ਨੇ ਕਿਹਾ ਵੀ ਬਿੱਲ ਵਾਪਸ ਹੋਣੇ, ਬਿੱਲ ਵਾਪਸ ਹੋਏ। ਇਹਦੇ 'ਚ ਮੈਂ ਥੋੜਾ ਜਿਹਾ ਦੋਸ਼ ਕਿਸਾਨਾਂ ਦਾ ਘੱਟ ਕਹਿ ਰਿਹਾ। ਇਹ ਸਿਰਫ ਔਰ ਸਿਰਫ ਜਿਹੜੀ ਕੌਨਸਪੀਰੈਂਸੀ ਹੈ ਕਾਂਗਰਸ ਸਰਕਾਰ ਦੀ ਹੈ, ਔਰ ਇਹਨਾਂ ਦੀ ਨਲਾਇਕੀ ਹੈ ਕਾਂਗਰਸ ਦੀ। ਚੰਨੀ ਸਾਹਿਬ ਤਾਂ ਕਹਿੰਦੇ ਵੀ 1 ਕਿਲੋਮੀਟਰ ਦਾ ਜਿਹੜਾ ਏਰੀਆ ਸੀ ਬਿਲਕੁਲ ਸਾਫ਼ ਸੀਗਾ, ਪਰ ਜਿਹੜਾ ਅੰਦੋਲਨ ਹੈ, ਅੰਦੋਲਨਕਾਰੀਆਂ ਦੇ ਮੌਕੇ ਤੇ ਆ ਕੇ ਸਾਨੂੰ ਨਹੀਂ ਪਤਾ ਲੱਗਿਆ ਅੰਦੋਲਨਕਾਰੀ। ਤੁਸੀਂ ਸਿਆਣੇ ਹੋ, ਇਸ ਗੱਲ ਨੂੰ ਦੱਸੋ ਵੀ ਸਟੇਟ ਦਾ ਹੈੱਡ ਹੈ ਉਹ ਮੁੱਖ ਮੰਤਰੀ, ਜਿਹੜੀ ਗੱਲ ਥੋੜੇ ਜਿਹੇ ਪ੍ਰਦਰਸ਼ਨਕਾਰੀ, ਤੁਸੀਂ ਤੁਹਾਡੇ ਧਿਆਨ ਜਾਊਗਾ ਭਵਾਨੀਗੜ੍ਹ ਦੇ ਵਿੱਚ ਰਾਹੁਲ ਗਾਂਧੀ ਦੀ ਫੇਰੀ ਹੋਈ ਸੀ। ਨਾ ਤਾਂ ਉਹ ਕੋਈ VIP ਨੇ, ਨਾ ਹੀ ਕੋਈ ਉਹ ਪ੍ਰਾਈਮ ਮਿਨਿਸਟਰ ਨੇ, ਨਾ ਕਿਸੇ ਤਰ੍ਹਾਂ ਦਾ ਹੋਰ ਉਹਨਾਂ ਦਾ ਅਹੁਦਾ ਹੈ। ਲੇਕਿਨ ਸਾਡੀਆਂ ਸ਼ਹਿਰ ਦੀਆਂ ਗਲੀਆਂ ਬੰਦ ਕਰਤੀਆਂ ਸੀ, ਔਰ ਪਿੰਡਾਂ ਦੇ ਵਿੱਚੋਂ ਵੀ ਮੂਵਮੈਂਟ ਬੰਦ ਹੋ ਗਈ ਸੀ। ਐਸਾ ਕੁਝ ਨਹੀਂ ਹੁੰਦਾ ਜਦੋਂ ਪ੍ਰਸ਼ਾਸਨ ਆਪਣੀ ਪੂਰੀ ਮੁਸਤੈਦੀ ਦੇ ਨਾਲ ਖੜਦਾ ਹੈ ਤਾਂ ਕੋਈ ਵੀ ਮਤਲਬ ਇਹ ਰੂਟ ਦੇ ਵਿੱਚ ਕੋਤਾਹੀ ਨਹੀਂ ਹੁੰਦੀ। ਪੂਰੇ ਦੇਸ਼ 'ਚ ਹੀ ਜਾ ਰਹੇ ਨੇ ਪ੍ਰਧਾਨ ਮੰਤਰੀ ਜੀ। ਛੱਤੀਸਗੜ੍ਹ ਵਿੱਚ ਜਾ ਕੇ ਆਏ ਨੇ, ਤੁਸੀਂ ਦੇਖਿਆ ਹੋਊਗਾ ਇੱਧਰ ਆਪਣਾ ਕਿਹੜਾ ਸੂਬਾ ਜਿੱਥੇ ਹੁਣ ਇਲੈਕਸ਼ਨਾਂ ਨਾਲ ਆਪਣੇ UP ਦੇ ਵਿੱਚ, ਮਤਲਬ ਹਰ ਜਗ੍ਹਾ ਤੇ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ। ਲੇਕਿਨ ਇਹ ਕੌਨਸਪੀਰੈਂਸੀ ਹੈ ਕਾਂਗਰਸ ਦੀ। ਜੇ ਕਿਸਾਨਾਂ ਦੀ ਚੱਲ ਰਹੀ ਮਤਲਬ ਸੀਗੀ ਕਿ ਉਹਦੀ ਜਾਨ ਨੂੰ ਬਿਲਕੁਲ ਉਹਦੇ ਕਰਕੇ ਕਹਿੰਦੇ ਇਹਨਾਂ ਨੇ ਕੋਈ ਦੇਖੋ, ਕਿਸੇ ਦੇ ਕਹਿਣ ਨਾਲ ਝੂਠ ਹੈ ਜਿਹੜਾ ਉਹ ਸੱਚ ਨਹੀਂ ਬਣ ਸਕਦਾ। ਮੈਂ ਉੱਥੇ 3 ਦਿਨ ਮੌਜੂਦ ਰਿਹਾ, ਔਰ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਜਿੰਨੀ ਵੀ ਉੱਥੇ ਸੰਖਿਆ ਸੀਗੀ, ਜਿੰਨੇ ਪੰਡਾਲ 'ਚ ਲੋਕ ਸੀ ਉਨੇ ਬੱਸਾਂ 'ਚ ਬੈਠੇ ਸੀ, ਔਰ ਇੰਨਾ ਉਤਸ਼ਾਹ ਸੀ ਪੰਜਾਬ ਦੇ ਵਿੱਚ। ਇਸ ਵਾਰ ਕੋਈ ਇਹ ਨਹੀਂ ਸੀਗਾ, ਕਿਉਂਕਿ ਹਜੇ ਪਾਰਟੀ ਲੈਵਲ ਪਹਿਲਾਂ ਸੀ, ਮਤਲਬ ਇੱਕ ਸਾਡੀ ਤਾਂ ਇੱਕ ਇੰਡੀਪੈਂਡੈਂਟ ਇਲੈਕਸ਼ਨ ਪਹਿਲੀ ਹੈ ਵੀ ਲੋਕਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਕਰੰਟ ਹੈ। ਭਾਰਤੀ ਜਨਤਾ ਪਾਰਟੀ ਨੇ ਬੱਸਾਂ ਦੇ ਵਿੱਚ ਜਾ ਕੇ ਉੱਥੇ ਤੁਸੀਂ 70,000 ਦੀ ਗੱਲ ਕਰਦੇ ਹੋ, ਲੱਖਾਂ ਦੇ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਸੀ। ਔਰ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਹੈ 10,000 ਪੁਲਿਸ ਵਾਲਾ ਜਿਹੜਾ ਇਹਨਾਂ ਨੇ ਉੱਥੇ ਕਰਮਚਾਰੀ ਲਾਇਆ ਸੀ, ਉਹ ਸਿਰਫ ਔਰ ਸਿਰਫ ਇਸ ਮਨਸਾ ਨਾਲ ਸੀ ਵੀ ਇਹਨਾਂ ਦੇ ਲੋਕ ਉੱਥੇ ਤੱਕ ਨਾ ਪਹੁੰਚ ਸਕਣ। ਪਰ ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ, ਸਾਡੀ ਸਾਰੀ ਟੀਮ, ਔਰ ਜਿਹੜੇ ਮੈਂ ਕਹਿੰਦਾ ਵੀ ਲੋਕ ਉੱਥੇ ਰੈਲੀ ਦੇ ਵਿੱਚ ਪਹੁੰਚੇ ਨੇ, ਅਸੀਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਵੀ ਸਾਡੇ ਉੱਥੇ ਸਾਰੇ ਮਤਲਬ ਪੂਰੇ ਇੰਤਜ਼ਾਮ ਸੀ। ਸਿਰਫ ਔਰ ਸਿਰਫ ਇਹਨਾਂ ਦੀ ਕੋਤਾਹੀ ਸੀ ਜਿਹੜੀ ਰੂਟ ਦੀ ਜਾਂ ਸੁਰੱਖਿਆ ਕਰਨੀ। ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਰੋਸ ਹੈ ਵੀ ਜਿਹੜੇ 3 ਕਾਲੇ ਕਾਨੂੰਨ ਮਾਫ ਹੋਏ ਨੇ, ਉਹ 'ਚ MSP ਦਾ ਅਜੇ ਤੱਕ ਕੋਈ ਲਿਖਤੀ ਤੌਰ ਤੇ ਨਹੀਂ ਦਿੱਤਾ ਗਿਆ, ਤੇ ਦੂਜੀ ਜਿਹੜੇ ਲਖੀਮਪੁਰ ਦੇ ਮੰਤਰੀ ਦਾ ਅਸਤੀਫਾ ਨਹੀਂ ਹਜੇ ਆਇਆ, ਇਸ ਕਰਕੇ ਕਿਸਾਨਾਂ ਦੇ ਵਿੱਚ ਰੋਸ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਤੁਹਾਨੂੰ 2 ਹੀ ਗੱਲਾਂ ਇਹ ਦੱਸ ਰਿਹਾ। ਜਦੋਂ ਆਪਣੀ ਮੇਨ ਲੜਾਈ ਸੀ, ਜਿਹੜੀ 3 ਬਿੱਲ ਪਾਸ ਹੋਏ, MSP ਵਾਸਤੇ ਕਮੇਟੀ ਬਣ ਗਈ, ਉਹਦੇ ਵਿੱਚ 5 ਬੰਦੇ ਕਮੇਟੀ ਅਜੇ ਤੱਕ ਨਾ ਹੀ ਨਹੀਂ ਅਨਾਉਂਸ ਹੋਏ, ਕਿੱਥੋਂ ਬਣ ਗਈ ਕਮੇਟੀ? ਦੱਸੋ ਕਿਹੜੇ ਨਾਮ? ਕਮੇਟੀ ਜਿਹੜੀ ਇਹਨਾਂ ਨੇ ਕੇਂਦਰ ਸਰਕਾਰ ਨੇ ਇਹਨਾਂ ਤੋਂ 5 ਨਾਮ ਮੰਗੇ ਸੀ, ਉਹ ਨਾਮ ਪਾਏ ਨੇ ਉਹਦੇ ਵਿੱਚ, ਔਰ ਉਸ ਦੇ ਉੱਤੇ ਵਰਕਿੰਗ ਵੀ ਸ਼ੁਰੂ ਹੋਈ ਹੈ। ਇਹ ਤੁਹਾਡੇ ਲਈ ਪੂਰੀ ਜਾਣਕਾਰੀ ਨਹੀਂ ਹੋਣੀ। ਕਮੇਟੀ MSP ਦੀ ਜਿਹੜੀ ਕਮੇਟੀ ਬਣੀ ਹੈ ਉਹ ਸੈਂਟਰ ਦੀ ਕਮੇਟੀ ਬਣੀ ਹੋਈ ਹੈ, ਔਰ ਉਸ ਤੇ ਵਰਕਿੰਗ ਵੀ ਸ਼ੁਰੂ ਹੋਈ ਹੈ। ਨੰਬਰ 2 ਤੇ ਕਿਸੇ ਤਰ੍ਹਾਂ ਦਾ ਵੀ ਮੈਂ ਕਹਿੰਦਾ ਮੇਰੀ ਵੀ ਅੱਜ ਕੋਈ ਮੰਗਾ ਹੋ ਸਕਦੀ ਨੇ ਸਰਕਾਰ ਤੋਂ। ਇਹਦਾ ਕੋਈ ਇਹ ਤਰੀਕਾ ਤਾਂ ਨਹੀਂ ਹੈ ਵੀ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ, ਅਸੀਂ ਉਹਨਾਂ ਦੀ ਮਤਲਬ ਸੁਰੱਖਿਆ ਦੇ ਵਿੱਚ ਵੀ ਆਪਾਂ ਉਹ ਕਰੀਏ, ਕੋਤਾਹੀ ਕਰੀਏ। ਪ੍ਰਧਾਨ ਮੰਤਰੀ ਇੰਟੈਲੀਜੈਂਸ ਫੇਲਿਅਰ, ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਵੈਦਰ ਇਸ ਦਿਨ ਇਹ ਤਾਂ ਹੁਣ ਲਗਾਤਾਰ ਅੱਜ ਵੀ ਮੌਸਮ ਖਰਾਬ ਹੈ, ਕੱਲ ਵੀ ਮੌਸਮ ਖਰਾਬ ਹੈ। ਇਹ ਤਾਂ ਦੇਖੋ ਇੱਕ ਇਲੈਕਸ਼ਨ ਦਾ ਮੋੜ ਹੈ, ਅਸੀਂ ਨੇ ਰੈਲੀਆਂ ਆਪਣੀਆਂ ਕਰਨੀਆਂ ਨੇ, ਮੂਹਰੇ ਵੀ ਹੋ ਸਕਦੀ ਹੈ ਇਹ ਗੱਲ। ਬਟ ਜਦੋਂ ਉਹਦੇ 'ਚ ਕੋਈ ਇਹ ਤਾਂ ਹੈ ਨਹੀਂ ਵੀ ਅਸੀਂ ਬਾਏ ਏਅਰ ਹੀ ਸਾਰੀਆਂ ਰੈਲੀਆਂ ਕਰਨੀਆਂ ਨੇ, ਬਾਏ ਰੋਡ ਵੀ। ਔਰ ਦੂਸਰੀ ਫਿਰ ਪੰਜਾਬ ਸੂਬੇ ਦੇ ਲਈ ਤਰੱਕੀ ਦੇ ਲਈ ਉਹ ਆਪਣਾ ਪਲਾਨ ਵੀ ਕਰ ਰਹੇ ਸੀ, ਤੇ ਉਹਦੇ ਵਿੱਚ ਕਾਂਗਰਸ ਨੂੰ ਇਸ ਤਰ੍ਹਾਂ ਦੀ ਕੋਤਾਹੀ ਕਰਨ ਦੀ ਲੋੜ ਨਹੀਂ ਸੀ ਨਾ। ਸਰ, ਜੇ ਗੱਲ ਕਰਦੇ ਹੋ ਤੁਸੀਂ, ਜੇ ਅਗਰ ਕਿਸਾਨਾਂ ਨਾਲ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਪੰਜਾਬ ਦੇ ਜਾਂ ਸਟੇਟ ਦੇ ਰਹਿਣ ਵਾਲੇ ਲੋਕ ਨੇ, ਉਹਨਾਂ ਨਾਲ 5 ਮਿੰਟ ਲਈ ਗੱਲ ਵੀ ਤਾਂ ਕਰ ਸਕਦੇ ਸੀ, ਉਹਨਾਂ ਨੂੰ ਪੁੱਛ ਵੀ ਸਕਦੇ ਵੀ ਕੀ ਤਕਲੀਫ ਹੈ, ਕੀ ਗੱਲ ਹੈ, ਵੀ ਕਿਉਂ ਮੈਨੂੰ ਰਸਤਾ ਰੋਕਿਆ, ਉਹਨਾਂ ਲਈ ਕਿਉਂ ਨਹੀਂ ਜਾ ਸਕੇ? ਕਿ ਏਡੀ ਗੱਲ ਮੈਂ ਤੁਹਾਨੂੰ ਪਹਿਲਾਂ ਫੇਰ ਕਿਹਾ, ਤੁਹਾਡੇ ਕੋਲੇ ਸ਼ਾਇਦ ਇਸ ਚੀਜ਼ ਦੀ ਜਾਣਕਾਰੀ ਨਹੀਂ। ਜਦੋਂ 20 BP ਰੂਟ ਲੱਗਦਾ ਹੈ, ਉੱਥੇ ਤਾਂ ਜਿਵੇਂ ਕਹਿੰਦੇ ਨੇ ਆਪਾਂ ਇੱਕ ਸ਼ਬਦ ਹੈ ਵੀ ਪਰਿੰਦਾ ਵੀ ਪਰ ਨਹੀਂ ਮਾਰਨਾ ਹੁੰਦਾ, ਇੱਕ ਪ੍ਰੋਟੋਕੋਲ ਹੁੰਦਾ ਸਿਕਿਉਰਿਟੀ ਦਾ। ਔਰ ਜਦੋਂ ਇਹਦੇ ਲਈ ਇੱਕ ਟਾਈਮ ਤੈਅ ਹੋਊਗਾ, PM ਨੂੰ ਮਿਲਣ ਦੇ ਲਈ ਕੋਈ ਕਿਸੇ ਤੇ ਥੋੜੀ ਵੀ ਰੋਕ ਹੈ। ਇਹ ਆਪਦਾ ਡੈਲੀਗੇਸ਼ਨ ਲੈ ਕੇ ਜਾਣ, ਸਮਾਂ ਲੈ ਕੇ ਜਿੱਥੇ ਮਰਜ਼ੀ ਆਪਣੀ ਗੱਲ ਕਰਨ। ਉਹ ਕਹਿ ਸਕਦੇ ਸੀ ਲੋਕਾਂ ਨੂੰ ਜੀ, ਇਹ ਚੀਜ਼ ਬਾਰੇ ਕਹਿ ਸਕਦੇ ਸੀ ਵੀ ਸਾਨੂੰ 5-4 ਇਹਨਾਂ ਨੂੰ ਸਾਰਾ ਹੀ ਪਤਾ ਹੈ ਜੀ, ਪਹਿਲਾਂ ਵੀ 32 ਦੇ 36 ਗੇਟ ਦੀ ਗੱਲਬਾਤ ਹੋਈ ਹੈ। ਸਭ ਪਾਰਟੀ ਦੀ ਪਲੈਨਿੰਗ ਕੀ ਸਾਡੀ ਪਾਰਟੀ ਦਾ ਮਸਲਾ ਨਹੀਂ, ਪੰਜਾਬ ਦੀ ਸਟੇਟ ਦਾ ਮਸਲਾ ਹੈ। ਇਹ ਤਾਂ ਸੂਬੇ ਦੇ ਲੋਕ ਹੀ ਮੰਗ ਰਹੇ ਨੇ ਵੀ ਇਹ ਨਕੰਮੀ ਸਰਕਾਰ ਹੈ, ਹਟਣੀ ਚਾਹੀਦੀ ਹੈ। ਕਿ ਸੂਬਾ ਹੁਣ ਰਾਸ਼ਟਰਪਤੀ ਰਾਜਵਲ ਜਿਹੜੇ ਲੋਕਾਂ ਦੀ ਦੇਖੋ ਰਾਏ ਹੈ, ਮੇਰੇ ਖਿਆਲ ਹੈ ਪਬਲਿਕ ਦੀ ਡਿਮਾਂਡ ਵੀ ਐਸੀ ਹੈ, ਕੁਛ ਆ ਰਹੀ ਹੈ। ਜਿਵੇਂ ਪੰਜਾਬ ਦੇ ਲੋਕ ਚਾਹਣਗੇ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਮੈਨੂੰ ਲੱਗਦਾ ਵੀ ਨਹੀਂ। ਤੁਹਾਡੀ ਡਿਮਾਂਡ ਕੀ ਹੈ ਪਾਰਟੀ ਵੱਲੋਂ? ਸਾਡੀ ਤਾਂ ਡਿਮਾਂਡ ਇਹ ਹੈ ਵੀ ਇਹ ਨਕੰਮੀ ਸਰਕਾਰ ਹੈ, ਜਾਣੀ ਚਾਹੀਦੀ ਹੈ। ਰਾਸ਼ਟਰਪਤੀ ਰਾਜ ਲੱਗਣੀ ਚਾਹੀਦਾ। ਹਾਂ, ਕੁਝ ਵੀ ਇਹਦਾ ਅਲਟਰਨੇਟ ਨਿਕਲੇ, ਪਰ ਇਹ ਸਰਕਾਰ ਜਾਣੀ ਚਾਹੀਦੀ ਹੈ। ਇਹਦਾ CM ਸਾਹਿਬ ਦਾ ਇੱਕ ਬਹੁਤ ਵੱਡਾ, ਇਹ ਕਹਾਂਗੇ ਵੀ ਸਿਕਿਉਰਿਟੀ ਦੇ ਵਿੱਚ ਜਿਹੜੀ ਚੂਕ ਕੀਤੀ ਇਹਨਾਂ ਨੇ, ਬਹੁਤ ਘਟੀਆ। ਉਹਨਾਂ ਲਵੇ ਕਹਿਣ ਲਈ ਹੋਰ ਕੁਝ ਹੈ ਨਹੀਂ ਨਾ, ਕਿਉਂਕਿ ਉੱਥੇ 2 ਪ੍ਰੋਗਰਾਮ ਹੋਰ ਸੀ ਜਿੱਥੇ ਚੰਨੀ ਸਾਹਿਬ ਵੀ ਹੋ ਸੀ, ਮੇਰੇ ਲਵੇ ਉਹ ਸ਼ਾਇਦ ਮੈਂ ਕਾਰਡ ਲੈ ਕੇ ਨਹੀਂ ਆਇਆ। ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਬੁਲਾਏ ਹੋਏ ਸੀ, ਚੰਨੀ ਵੀ ਸੀਗੇ, ਔਰ ਦੂਸਰਾ ਜਿਹੜੇ ਮੁੱਖ ਮੰਤਰੀ ਹੈ ਪੰਜਾਬ ਦੇ ਕਾਂਗਰਸ ਦੇ, ਔਰ ਇਹ ਸਾਰੇ ਲੋਕ ਉੱਥੇ ਬੁਲਾਏ ਹੋਏ ਸੀ। ਇਹ ਉਸ ਪ੍ਰੋਗਰਾਮ 'ਚ ਵੀ ਨਹੀਂ ਪਹੁੰਚੇ, ਸਰਕਾਰੀ ਪ੍ਰੋਗਰਾਮ ਵੀ ਸੀ ਉੱਥੇ।
ਤੁਸੀਂ ਮੈਂ ਤੁਹਾਡਾ ਸਵਾਲ ਬਿਲਕੁਲ ਠੀਕ ਹੈ। ਮੈਂ ਇਹ ਕਹਿ ਰਿਹਾ ਵੀ ਸਰਕਾਰ ਦੀ ਮਨਸਾ ਪੁੱਛੋ ਨਾ ਵੀ ਕਾਂਗਰਸ ਦੀ ਕੀ ਹੈ। ਵੀ ਉਹ ਭਾਰਤੀ ਜਨਤਾ ਪਾਰਟੀ ਜੋ ਅਪੇਕਸ਼ਾ ਸਾਡੀ ਲੋਕਾਂ ਦੀ ਸਰਕਾਰ ਤੋਂ, ਸੈਂਟਰ ਦੀ ਸਰਕਾਰ ਤੋਂ, ਔਰ ਪੰਜਾਬ ਦੇ ਸੂਬੇ ਨੂੰ, ਇਹੀ ਤੇ ਗੱਲ ਮੈਂ ਕਹਿ ਰਿਹਾ ਵੀ ਪੰਜਾਬ ਦੇ ਸੂਬੇ ਦੇ ਲਈ ਇੱਕ ਬਹੁਤ ਵੱਡਾ ਧੱਕਾ ਕਾਂਗਰਸ ਨੇ ਮਾਰਿਆ ਇਹ। ਭਾਰਤੀ ਜਨਤਾ ਉਹ ਪਾਰਟੀ ਪੈਕੇਜ ਸਮਾਨ ਹੈ ਜਿਹੜਾ ਉਹ ਪੈਕੇਜ ਪ੍ਰਧਾਨ ਮੰਤਰੀ ਜੀ ਦਾ ਅਗਲਾ ਪ੍ਰੋਗਰਾਮ ਕਦੇ ਵੀ ਤੈਅ ਹੋ ਸਕਦਾ ਹੈ। ਇਹਦੇ ਬਾਰੇ ਜਦੋਂ ਵੀ ਕੋਈ ਸਟੇਟ ਦੇ ਵਿੱਚੋਂ ਜਾਂ ਨਹੀਂ, ਉਹ center ਦੇ ਵਿੱਚੋਂ- ਵਰਚੁਅਲੀ ਵੀ ਹੋ ਸਕਦਾ ਹੈ। ਨਹੀਂ ਦੇਖੋ ਇਨ ਫਿਊਚਰ ਕੀ ਹੋ ਸਕਦਾ ਹੈ। ਫਿਲਹਾਲ ਤਾਂ ਜਿਹੜੇ ਹਾਲਾਤ ਨੇ, ਹੁਣ ਤੁਸੀਂ ਇਹ ਲਾਓ ਵੀ ਇਹਨਾਂ ਨੇ ਇੱਕ ਵਾਰ ਸੂਬੇ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰਤਾ। ਅੱਜ ਕੌਣ ਆ ਇਹੋ ਜਿਹਾ ਬੰਦਾ ਜਿਹੜਾ ਇੱਥੇ ਇਨਵੈਸਟਮੈਂਟ ਕਰਨ ਵਾਸਤੇ ਆਵੇਗਾ? ਤੁਸੀਂ ਇਹਨਾਂ ਗੱਲਾਂ ਦੀ ਵਿੱਚ ਆਪਾਂ ਇਸ ਗੱਲ ਬਾਰੇ ਜਾਈਏ ਕਿ ਸੂਬੇ ਦੀ ਤਰੱਕੀ ਜੇ ਹੁੰਦੀ ਹੈ ਕਿਸੇ ਇੰਡਸਟਰੀਆਂ ਦੇ ਨਾਲ ਹੁੰਦੀ ਹੈ। ਕੀ ਤੁਸੀਂ ਸੋਚ ਸਕਦੇ ਹੋ ਅੱਜ ਪੂਰੇ ਵਰਲਡ ਦੇ ਵਿੱਚ ਇਹ ਮੈਸੇਜ ਗਿਆ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਏਡੀ ਨਕੰਮੀ ਹੈ ਵੀ ਜਿੱਥੇ ਇੱਕ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤੇ ਉੱਥੇ ਕੀ ਇਨਵੈਸਟਮੈਂਟ ਜਾਊਗੀ? ਜੀਵਨ ਦੀ ਤੁਹਾਡੀ ਜਿਹੜੀ ਗੱਲ ਉਹ ਤਾਂ ਆਪਣੀ ਗੱਲ ਪਹਿਲਾਂ ਇਹੀ ਕਹੀ ਹੈ ਨਾ ਤੁਹਾਨੂੰ ਵੀ ਉਹ ਤਾਂ ਖਤਮ ਹੋ ਗਿਆ ਮੁੱਦਾ। ਇੱਕ ਜਦੋਂ ਜਿਹੇ ਉਹ ਬਿੱਲ ਜੀਵਨ ਦੀ ਮੁੱਦਾ ਅਜੇ ਖਤਮ ਨਹੀਂ ਹੋਇਆ। ਕਿਸਾਨਾਂ ਦੇ ਸਵਾਲ ਹਜੇ ਪੂਰੇ ਜਿਹੜੇ ਕੋਈ ਫੈਸਲਿਆਂ ਦਾ ਕੋਈ ਕਾਪੀ ਨਹੀਂ ਮਿਲੇਗੀ ਕਿਸਾਨਾਂ ਨੂੰ। ਦੇਖੋ ਤੁਹਾਡੇ ਲਈ ਪਤਾ ਨਹੀਂ ਮੈਨੂੰ ਲੱਗਦਾ ਕੀ ਜਾਣਕਾਰੀ ਹੈ, ਪਰ ਜੇ ਉਹ ਸਾਰੇ ਉੱਥੋਂ ਉੱਠ ਕੇ ਆਏ ਨੇ, ਸਾਰੇ ਕਿਸਾਨ ਲੀਡਰ ਆਗੂ ਸਿਆਣੇ ਨੇ, ਉਹਨਾਂ ਲਈ ਸਾਰੀ ਚੀਜ਼ ਹੋਈ ਹੈ, ਤਾਂ ਹੀ ਇਹ ਧਰਨਾ ਖਤਮ ਕੀਤਾ ਉਹਨਾਂ ਨੇ। ਔਰ ਦੂਸਰੀ ਗੱਲ ਇਹ ਰਹੀ ਵੀ ਜੇ ਸਾਡਾ ਸਰਕਾਰ ਪ੍ਰਤੀ ਸਾਡੀ ਬਿਲਕੁਲ ਅਸੀਂ ਮੰਗਦੇ ਹਾਂ, ਤੁਸੀਂ ਵੀ ਮੰਗਦੇ ਹੋ, ਕੋਈ ਵੀ ਸਮਾਜ ਹੈ, ਹਰ ਸਾਡਾ ਰਾਈਟ ਵੀ ਬਣਦਾ ਉਹਨਾਂ ਤੋਂ ਮੰਗਣਾ, ਪਰ ਇਹ ਤਰੀਕਾ ਠੀਕ ਨਹੀਂ ਨਾ ਵੀ ਸਰਕਾਰ ਉਹ 'ਚ ਇਨਵੋਲਵ ਹੋ ਕੇ ਇਸ ਤਰੀਕੇ ਦੀ ਕੁਤਾਈ ਕਰੇ। ਦੇਸ਼ ਦੇ ਪ੍ਰਧਾਨ ਮੰਤਰੀ ਕੱਲ ਕੋਈ ਵੀ ਵੱਡੀ ਘਟਨਾ ਹੋ ਸਕਦੀ ਸੀ, ਉਹਦੇ ਲਈ ਕੌਣ ਜ਼ਿੰਮੇਵਾਰ ਹੁੰਦਾ? ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ 700 ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਲਈ ਇੱਕ ਵਾਰ ਵੀ ਸ਼ਹੀਦੀ ਦੀ ਸ਼ਰਧਾਂਜਲੀ ਦੀ ਵੀ ਇੱਕ ਵਾਰ ਵੀ ਦੋ ਸ਼ਬਦ ਨਹੀਂ ਨਿਕਲੇ। ਉਸ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਜਿਹੜੀ ਵੀ ਕੋਈ ਇਸ ਤਰੀਕੇ ਦੀ ਗੱਲਬਾਤ ਆਈ ਹੈ, ਪਹਿਲਾਂ ਵੀ ਮੀਡੀਆ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ। ਪ੍ਰਧਾਨ ਮੰਤਰੀ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਮਾਫੀ ਵੀ ਮੰਗੀ ਔਰ ਕਿਹਾ ਵੀ ਹੈ ਵੀ ਜਿਹੜੇ ਇਹ ਬਿੱਲ ਸੀਗੇ, ਠੀਕ ਹੈ ਵੀ ਅਸੀਂ ਸਮਝਾ ਨਹੀਂ ਪਾਏ ਲੋਕਾਂ ਨੂੰ, ਉਹਨੂੰ ਹੁਣ ਤੁਸੀਂ ਪਤਾ ਨਹੀਂ ਵੀ ਆਪਾਂ ਕੀ ਚਾਹੁੰਦੇ ਹਾਂ, ਹੋਰ ਕਿਸ ਤਰੀਕੇ ਦੇ ਨਾਲ ਉਹਨੂੰ ਇੰਪਲੀਮੈਂਟ ਕਰਾਉਣਾ ਚਾਹੁੰਦੇ ਹਾਂ ਗੱਲ